हाँ जी दोस्तों, ਤਰਕਸ਼ੀਲ ਟੀਵੀ ਤੇ ਤੁਹਾਡਾ ਸਵਾਗਤ ਹੈ ਅਤੇ ਮੈਂ ਹਾਂ ਤੁਹਾਡਾ ਦੋਸਤ ਆਜ਼ਾਦ ਲੈ ਕੇ ਤਰਕ ਦੀਆਂ ਕੁਝ ਹੋਰ ਗੱਲਾਂ। ਦੋਸਤੋ, ਅੱਜ 9 ਸਤੰਬਰ ਹੈ ਅਤੇ 9 ਸਤੰਬਰ ਦਾ ਦਿਹਾੜਾ ਹੈ ਪਾਸ਼ ਦੇ ਜਨਮ ਦਿਨ ਦਾ ਦਿਹਾੜਾ। ਤੇ ਅੱਜ ਅਸੀਂ ਤਰਕ ਦੀਆਂ ਗੱਲਾਂ ਦੇ ਵਿੱਚ ਗੱਲ ਕਰਾਂਗੇ ਪਾਸ਼ ਦੇ ਸਬੰਧ ਦੇ ਵਿੱਚ। ਪਾਸ਼ ਦਾ ਜਨਮ 9 ਸਤੰਬਰ 1950 ਨੂੰ ਤਲਵੰਡੀ ਸਲੇਮ ਕਪੂਰਥਲਾ ਜ਼ਿਲ੍ਹੇ ਵਿਖੇ ਹੋਇਆ। ਉਸ ਦੇ ਪਿਤਾ ਸੋਹਨ ਸਿੰਘ ਫੌਜ ਵਿੱਚ ਨੌਕਰੀ ਕਰਦੇ ਸਨ, ਜਿਨ੍ਹਾਂ ਨੂੰ ਖੁਦ ਕਵਿਤਾ ਲਿਖਣ ਦਾ ਸ਼ੌਕ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਕਵਿਤਾ ਲਿਖਣ ਦਾ ਸ਼ੌਕ ਉਸ ਨੂੰ ਵਿਰਸੇ ਵਿੱਚ ਮਿਲਿਆ ਸੀ। ਪਾਸ਼ ਕਮਿਊਨਿਸਟ ਪਾਰਟੀ ਦੇ ਆਗੂ ਚੈਨ ਸਿੰਘ ਚੈਨ ਦੇ ਪ੍ਰਭਾਵ ਅਧੀਨ 1967 ਵਿੱਚ ਸਰਵ ਭਾਰਤ ਨੌਜਵਾਨ ਸਭਾ ਦੇ ਮੈਂਬਰ ਬਣੇ। 1967 ਵਿੱਚ ਜਦੋਂ ਨਕਸਲਵਾੜੀ ਲਹਿਰ ਸ਼ੁਰੂ ਹੋਈ ਤਾਂ ਪਾਸ਼ ਦਾ ਝੁਕਾਅ ਇਸ ਲਹਿਰ ਵੱਲ ਹੋ ਗਿਆ, ਜਿਸ ਤਹਿਤ ਉਹ ਨਾਗਾ ਰੈਡੀ ਗਰੁੱਪ ਵਿੱਚ ਸ਼ਾਮਲ ਹੋ ਗਿਆ। ਕਿਹਾ ਜਾਂਦਾ ਹੈ ਕਿ 1967 ਵਿੱਚ ਉਹ ਜੇਲ੍ਹ ਗਿਆ, ਜਿੱਥੇ ਉਸ ਦੀ ਕਵਿਤਾ ਨੂੰ ਇੱਕ ਨਵਾਂ ਜੋਸ਼ ਮਿਲਿਆ। ਇਸ ਵਿਹਲੇ ਸਮੇਂ ਵਿੱਚ ਉਹ ਕਵਿਤਾ ਲਿਖ ਕੇ ਬਾਹਰ ਭੇਜਦਾ ਰਿਹਾ, ਜੋ ਕਿ ਆਰੰਭ ਅਤੇ ਦਸਤਾਵੇਜ਼ ਵਿੱਚ ਛਪਦੀ ਰਹੀ। 1962 ਵਿੱਚ ਪਾਸ਼ ਸਿਆੜਨਾਮ ਅਧੀਨ ਪਰਚਾ ਕੱਢਿਆ। 1973 ਵਿੱਚ ਪੰਜਾਬੀ ਸਾਹਿਤ ਤੇ ਸੱਭਿਆਚਾਰ ਮੰਚ ਦੀ ਸਥਾਪਨਾ ਕੀਤੀ। ਸ਼ੁਰੂ ਤੋਂ ਹੀ ਪਾਸ਼ ਨੂੰ ਡਾਇਰੀ ਲਿਖਣ ਦਾ ਸ਼ੌਕ ਸੀ, ਜਿਸ ਵਿੱਚ ਉਸ ਦੀ ਆਪਣੀ ਨਿੱਜੀ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਇਲਾਵਾ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਹਾਲਾਤ ਬਾਰੇ ਵੀ ਪਤਾ ਚੱਲਦਾ ਹੈ। ਉਸ ਨੂੰ ਇੱਕ ਕਵੀ ਦੇ ਤੌਰ ਤੇ ਸਾਰੇ ਜਾਣਦੇ ਹਨ। ਉਸ ਦੀ ਕਵਿਤਾ ਨੇ ਪੰਜਾਬੀ ਕਾਵਿ ਨੂੰ ਇੱਕ ਨਵਾਂ ਮੁਹਾਂਦਰਾ ਦਿੱਤਾ, ਜਿਸ ਦੀਆਂ ਖੂਬੀਆਂ ਬਾਰੇ ਸੈਂਕੜੇ ਲੇਖ ਲਿਖੇ ਗਏ ਅਤੇ ਹੋਰ ਲਿਖੇ ਜਾ ਸਕਦੇ ਹਨ। ਉਸ ਨੇ ਲੋਕ ਕਥਾ, ਉੱਡਦੇ ਬਾਜਾਂ ਮਗਰ, ਸਾਡੇ ਸਮਿਆਂ ਵਿੱਚ ਅਤੇ ਖਿਲਰੇ ਹੋਏ ਵਰਗੇ ਕਾਵਿ ਸੰਗ੍ਰਹਿ ਪੰਜਾਬੀ ਨੂੰ ਦਿੱਤੇ। ਉਸ ਨੇ ਕਵਿਤਾ ਰਚਨ ਦੇ ਨਾਲ ਨਾਲ ਗਿਆਨ ਵਿਗਿਆਨ ਦੇ ਵੱਖ-ਵੱਖ ਖੇਤਰਾਂ ਦਾ ਵੀ ਅਧਿਐਨ ਕੀਤਾ। ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਹਰਦਿਆਲ ਸਟੱਡੀ ਸੈਂਟਰ ਬਣਾਇਆ, ਅਧਿਐਨ ਕਰਨ ਲਈ ਕਿਤਾਬਾਂ ਇਕੱਠੀਆਂ ਕੀਤੀਆਂ ਤੇ ਕਈ ਵਿਸ਼ਿਆਂ ਤੇ ਵਿਚਾਰ ਗੋਸ਼ਟੀਆਂ ਰਚਾਈਆਂ। ਉਸ ਵੱਲੋਂ ਲਿਖੇ ਲੇਖਾਂ ਵਿੱਚ ਸਾਹਿਤ, ਸੱਭਿਆਚਾਰ ਅਤੇ ਸਮਕਾਲੀ ਰਾਜਨੀਤਿਕ ਸਥਿਤੀ ਦੇ ਅਨੇਕਾਂ ਵਿਸ਼ਿਆਂ ਬਾਰੇ ਬਹੁਤ ਬਹੁਮੁੱਲੇ ਵਿਚਾਰ ਮਿਲਦੇ ਹਨ। ਇਹਨਾਂ ਲੇਖਾਂ ਦੀ ਸਮਝ ਤੇ ਜਾਣਕਾਰੀ ਨੂੰ ਇਲਾਕੇ 'ਚ ਸੈਕਲੋ ਸਟਾਈਲ ਕਰਕੇ 1980 ਤੋਂ 85 ਤੱਕ ਕੱਢੇ ਜਾਂਦੇ ਪਰਚੇ ਹਾਕ, ਸਿਆੜ ਤੇ ਰੋਹਲੇ ਬਾਣ ਰਾਹੀਂ ਵੰਡਿਆ। 23/3/1988 ਨੂੰ ਸ਼ਹਾਦਤ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਉਸ ਦੇ ਲੇਖਾਂ ਦੀ ਪੁਸਤਕ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ, ਉਸ ਦੇ ਪਿਤਾ ਸਰਦਾਰ ਸੋਹਨ ਸਿੰਘ ਵੱਲੋਂ ਉਸ ਦੀਆਂ ਲਿਖਤਾਂ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਤੇ ਸ਼ਮਸ਼ੇਰ ਸੰਧੂ ਵੱਲੋਂ ਇੱਕ ਪਾਸ਼ ਇਹ ਵੀ ਛਪਵਾਈਆਂ ਗਈਆਂ। ਪਾਸ਼ ਨੇ ਬ੍ਰਹਿਮੰਡ ਬਾਰੇ 2 ਸਵਾਲ ਉਠਾਏ। ਪਹਿਲਾ, ਬ੍ਰਹਿਮੰਡ ਦਾ ਆਕਾਰ ਤੇ ਸਰੂਪ ਕੀ ਹੈ? ਦੂਜਾ, ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ? ਜੋ ਹੇਠਾਂ ਦਿੱਤੇ ਗਏ ਹਨ। ਤੁਹਾਡੀ ਰਾਸ਼ੀ ਕੀ ਕਹਿੰਦੀ ਹੈ ਵਿੱਚ ਭਾਰਤੀ ਜੋਤਿਸ਼ ਪ੍ਰਣਾਲੀ ਤੇ ਰਾਸ਼ੀਆਂ ਕੀ ਹਨ, ਇਹਨਾਂ ਨੁਕਤਿਆਂ ਬਾਰੇ ਉਹਨਾਂ ਦੱਸਿਆ। 10ਵੀਂ ਪਿਆਸ ਗਿਆਨੀ ਪੇਂਡੂ ਮੁੰਡੇ ਨੇ ਜੀਵ ਵਿਕਾਸ ਤੇ ਵਿਗਿਆਨ ਦੀ ਥਿਊਰੀ ਨੂੰ ਵੀ ਵਿਸਥਾਰ ਨਾਲ ਪੇਸ਼ ਕੀਤਾ। ਪਾਸ਼ ਨੇ ਲਿਖਿਆ ਹੈ, ਲੋਕੀ ਧਰਮ ਨੂੰ ਇਸ ਲਈ ਮੰਨਦੇ ਹਨ ਕਿ ਉਹਨਾਂ ਦਾ ਟੱਬਰ ਰਾਜ਼ੀ ਬਾਜ਼ੀ ਰਹੇ ਅਤੇ ਆਰਥਿਕ ਹਾਲਤ ਚੰਗੀ ਰਹੇ। ਇਸ ਲਈ ਨਹੀਂ ਕਿ ਉਹਨਾਂ ਅੰਦਰ ਬ੍ਰਹਿਮੰਡ, ਸ੍ਰਿਸ਼ਟੀ ਅਤੇ ਜ਼ਿੰਦਗੀ ਦੇ ਮੂਲ ਆਧਾਰਾਂ ਅਤੇ ਕਾਰਨ ਨੂੰ ਜਾਣਨ ਦੀ ਕੋਈ ਦਾਰਸ਼ਨਿਕ ਜਗਿਆਸਾ ਹੈ। ਲੋਕਾਂ ਦੇ ਮਨਾਂ ਵਿੱਚ ਗੁਰੂ, ਪੀਰ ਅਤੇ ਰੱਬ ਦਾ ਸੰਕਲਪ ਅਸਲ ਵਿੱਚ ਕਿਸੇ ਯੋਗ ਡਾਕਟਰ, ਬੈਂਕ ਜਾਂ ਥਾਣੇ ਵਰਗਾ ਹੀ ਹੈ ਤੇ ਉਸ ਤੋਂ ਉਸੇ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਾਉਣਾ ਲੋਚਦੇ ਹਨ। ਉਸ ਦੀ ਲਿਖਤ ਅੰਧ ਵਿਸ਼ਵਾਸਾਂ ਅਤੇ ਅਸੀਂ ਲੋਕ ਤਰਕਸ਼ੀਲ ਸੁਸਾਇਟੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਲਿਖੀ ਹੋਈ ਹੈ। ਤੁਹਾਡੀ ਰਾਸ਼ੀ ਕੀ ਕਹਿੰਦੀ ਹੈ ਲੇਖ ਵਿੱਚ ਰਾਸ਼ੀ ਤੋਂ ਵਿਅਕਤੀ ਦੇ ਭੂਤ ਭਵਿੱਖ ਬਾਰੇ ਦੱਸਣ ਦੇ ਢੰਗੌਜ ਦਾ ਵਿਰੋਧ ਕੀਤਾ ਗਿਆ ਹੈ। ਫਿਰਕਾ ਪ੍ਰਸਤੀ ਦੀਆਂ ਜੜ੍ਹਾਂ
ਲੇਖ ਵਿੱਚ ਫਿਰਕਾ ਪ੍ਰਸਤੀ ਦੇ ਵੱਖ-ਵੱਖ ਪੱਖਾਂ, ਆਰਥਿਕ, ਸਮਾਜਿਕ ਤੇ ਮਨੋਵਿਗਿਆਨਿਕ ਕਾਰਨਾਂ ਦਾ ਵਿਸ਼ਲੇਸ਼ਣ ਉਹਨਾਂ ਵੱਲੋਂ ਕੀਤਾ ਗਿਆ ਹੈ। ਬ੍ਰਹਿਮੰਡ ਦੀ ਉਤਪਤੀ, ਆਕਾਰ ਤੇ ਸਰੂਪ ਬਾਰੇ ਲੇਖ ਵਿੱਚ 2 ਸਵਾਲ। ਪਹਿਲਾ, ਸਾਡਾ ਸੂਰਜ ਸਾਡੀ ਆਕਾਸ਼ ਗੰਗਾ ਦੇ 1,50,000 ਮਿਲੀਅਨ ਸੂਰਜਾਂ ਵਿੱਚੋਂ ਇੱਕ ਹੈ। ਸਾਡੇ ਤੋਂ 500 ਮਿਲੀਅਨ ਚਾਨਣ ਵਰੇ ਵਿਆਸ ਦੇ ਘੇਰੇ ਵਿੱਚ ਕਈ 100 ਮਿਲੀਅਨ ਪ੍ਰਕਾਸ਼ ਗੰਗਾਵਾਂ ਲੱਭੀਆਂ ਹਨ। ਇਸ ਘੇਰੇ ਤੋਂ ਅੱਗੇ ਹੋਰ ਵੀ ਅਸੰਖ ਆਕਾਸ਼ ਗੰਗਾਵਾਂ ਹਨ। ਇਹ ਸਭ ਕੁੱਤਖਾਨਾ ਕਿੱਥੋਂ ਤੱਕ ਹੈ? ਬ੍ਰਹਿਮੰਡ ਵਿੱਚ ਖਿਲ ਰਿਹਾ ਫਿਰਦਾ ਇਹ ਜੰਗ ਪੁਲੰਗ ਕਿਵੇਂ ਬਣਿਆ? ਜੇ ਕਿਸੇ ਨੇ ਬਣਾਇਆ ਹੈ ਤਾਂ ਉਹ ਭਾਈ ਸਾਹਿਬ ਕਿੱਥੇ ਹੈ? ਇਹ ਬਣਨ ਬਣਾਉਣ ਦਾ ਕੀ ਚੱਕਰ ਹੈ? ਪ੍ਰਸਿੱਧ ਰਚਨਾਵਾਂ ਜਿਹੜੀਆਂ ਪਾਸ਼ ਦੀਆਂ ਹਨ ਉਹ ਹਨ, ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ। ਦੂਸਰੀ ਹੈ, ਰੱਬ ਤੋਂ ਬਿਨਾਂ ਜਿੰਨੇ ਜੋਗਾ ਹਾਂ ਜੋ ਵੀ ਹਾਂ। ਤੇ ਤੀਸਰੀ ਹੈ, ਯੁੱਧ ਅਤੇ ਸ਼ਾਂਤੀ। ਇਸ ਤੋਂ ਬਿਨਾਂ ਹੋਰ ਵੀ ਇਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਹਨ ਜਿਨ੍ਹਾਂ ਦੇ ਬਾਰੇ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਕਿਸੇ ਨਾ ਕਿਸੇ ਸਮੇਂ ਪ੍ਰਭਾਵਿਤ ਕੀਤਾ ਹੈ। ਅਤੇ ਅੱਜ ਪਾਸ਼ ਦਾ ਜਨਮ ਦਿਨ ਹੈ ਅਤੇ ਉਹਨਾਂ ਦੇ ਜਨਮ ਦਿਨ ਦੇ ਬਹਾਨੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਉਹਨਾਂ ਦੀ ਉਹ ਇਨਕਲਾਬੀ ਕਵਿਤਾ ਜਿਸ ਨੇ ਸਾਨੂੰ ਸਾਡੀ ਚੜ੍ਹਦੀ ਉਮਰ ਦੇ ਵੇਲੇ ਰੋਮਾਂਚਿਤ ਕੀਤਾ ਅਤੇ ਦੁਨੀਆ ਨੂੰ ਬਦਲ ਦੇਣ ਦੀ ਜਿਹੜੀ ਚਾਹ ਸੀਗੀ ਸਾਡੇ ਮਨਾਂ ਦੇ ਵਿੱਚ, ਉਹ ਦੁਬਾਰਾ ਉਸ ਦੇ ਜਨਮ ਦਿਨ 'ਤੇ ਉਸ ਦੀ ਕਵਿਤਾ ਨੂੰ ਦੇਖ ਕੇ ਜਾਗਦੀ ਹੈ ਅਤੇ ਅਸੀਂ ਰਾਹ ਵੱਲ ਤੁਰ ਪੈਂਦੇ ਹਾਂ। ਪਾਸ਼ ਇੱਕ ਉਹ ਇਨਸਾਨ ਸੀ ਜਿਸ ਨੇ ਜਿਹੜੀ ਕਿ ਖੱਬੇ ਪੱਖੀ ਅਤੇ ਸਮਾਜਵਾਦ ਦੀ ਹਨੇਰੀ ਦੀ ਦਿਸ਼ਾ ਵਿੱਚ ਲੈ ਕੇ ਜਾਂਦਾ ਜਿਹੜੀ ਕਵਿਤਾ ਹੈ, ਉਸ ਨੂੰ ਜਿਹੜੀ ਸੋਚ ਹੈ ਉਸ ਨੂੰ ਹਰਫ ਦਿੱਤੇ, ਉਸ ਨੂੰ ਉਕਰਿਆ ਅਤੇ ਲੋਕਾਂ ਦੇ ਮਨਾਂ ਤੱਕ ਪਹੁੰਚਾਇਆ। ਅੱਜ ਪਾਸ਼ ਨੂੰ ਯਾਦ ਕਰਦੇ ਹੋਏ ਅਸੀਂ ਉਹਨਾਂ ਦੀ ਸੋਚ ਦੇ ਉੱਪਰ ਪਹਿਰਾ ਦੇਣ ਦਾ ਵਚਨ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। For more contents related to rational thinking, subscribe our Tarkshil TV channel now. For instant updates of new videos, don't forget to press the